ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਤਿੰਨ ਅੱਖਰ ਜਿਹੜੇ ਉਹ ਬਾਣੀ 'ਚ ਹੈਡਿੰਗ ਵਜੋਂ ਲਏ ਗਏ ਆ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਇਹ ਤਿੰਨੇ ਅੱਖਰ ਆਪਾਂ ਵਾਰੀ-ਵਾਰੀ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਜੋ ਇਸ ਹੈਡਿੰਗ ਥੱਲੇ ਸਾਨੂੰ ਦੱਸਿਆ ਗਿਆ ਉਹਨੂੰ ਸਮਝਣ ਦੀ, ਖੋਜਣ ਦੀ ਔਰ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖਣਾ ਅਸੀਂ, ਕਿਉਂਕਿ ਗੁਰੂ ਸਾਹਿਬਾਨ ਨੇ ਸਾਡੇ ਥਾਂ ਤੇ ਆ ਕੇ ਸਾਨੂੰ ਸਮਝਾਉਣ ਖਾਤਰ ਇਹ ਬਾਣੀ ਲਿਖੀ ਹੈ। ਨਹੀਂ ਤਾਂ ਉਹ ਪੂਰਨ ਜੋਤ ਸਨ ਸਾਰੇ ਗੁਰੂ ਮਹੱਲੇ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਆ। ਉਹਨਾਂ ਸਾਡੇ ਥਾਂ ਆ ਕੇ ਸਾਨੂੰ ਸਮਝਾਉਣ ਲਈ ਇਹ ਬਾਣੀ ਰਚੀ ਹੈ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ, ਨਾਥ ਕਛੂ ਨ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ। ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਕਲ ਜੁਗ ਕੇ ਕਾਮੀ। ਡਿਕਲੇਅਰ ਕਰਤਾ ਉਹਨਾਂ ਨੇ, ਸੱਚ ਬੋਲ ਦਿੱਤਾ। ਸਭ ਤੋਂ ਪਹਿਲਾ ਜਿਹੜਾ ਪੰਜਾਂ ਚੋਂ ਸਭ ਤੋਂ ਤਕੜਾ ਜਿਹੜਾ ਰਾਖਸ਼ ਹੈ ਉਹ ਕਾਮ ਹੈ। ਉਹਨਾਂ ਨੇ ਡਿਕਲੇਅਰ ਕਰ ਦਿੱਤਾ ਵੀ ਇਹ ਹਾਂ ਅਸੀਂ ਹਾਂ ਕਾਮੀ। ਹਮ ਕਹੀਅਤ ਕਲ ਜੁਗ ਕੇ ਕਾਮੀ। ਇਹ ਸ਼ਬਦ ਆਪਾਂ ਤਾਂ ਲੈ ਰਹੇ ਹਾਂ ਕਿ ਕੁਚੱਜੀ ਦੇ ਸਾਰੇ ਜਿਹੜੇ ਕਰੈਕਟਰਿਸਟਿਕਸ ਆਪਾਂ ਕੁਚੱਜੀ ਦੇ ਹੈਡਿੰਗ ਥੱਲੇ ਵਿਚਾਰਾਂਗੇ, ਲੇਕਿਨ ਬਹੁਤ ਸਾਰੇ ਸ਼ਬਦ ਐਸੇ ਵੀ ਨੇ ਜਿੱਥੇ ਐਕਸਪਲੇਨ ਕਰ ਦਿੱਤਾ ਗਿਆ ਕਿ ਜਿਸ ਤਰ੍ਹਾਂ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ, ਤੁਮ ਕਹੀਅਤ ਹੋ ਜਗਤ ਗੁਰ ਸੁਆਮੀ। ਇੱਥੇ ਹੁਣ ਅਕਾਲ ਪੁਰਖ ਦੀ ਗੱਲ ਕਰ ਰਹੇ ਆ, ਤੇ ਜਿੰਨੇ ਗੁਰੂ ਸਾਹਿਬਾਨਾਂ ਨੇ ਗੱਲ ਕੀਤੀ ਹੈ, ਪਰਮਾਤਮਾ ਦੀ ਗੱਲ ਕੀਤੀ ਹੈ, ਆਪਣੀ ਕਿਤੇ ਨਹੀਂ ਕਿਹਾ ਉਹਨਾਂ ਨੇ। ਹਾਂ ਕਿਹਾ ਉਹ ਸ਼ਬਦਾਂ 'ਚ ਆ ਕੇ ਆਪਾਂ ਲੱਭਾਂਗੇ ਖੋਜ ਕਰ ਕਰਕੇ। ਜੋ ਦਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੂ ਭਾਏ ਜੀਓ। ਐਸੇ ਸ਼ਬਦ ਜਦੋਂ ਆਉਣਗੇ ਤੇ ਆਪਾਂ ਉਸ ਭਾਵਾਂ ਦੇ ਦੇਸ਼ 'ਚ ਜਾ ਕੇ ਉਹਨਾਂ ਨੂੰ ਖੋਲਾਂਗੇ। ਹਮ ਕਹੀਅਤ ਕਲ ਯੁਗ ਕੇ ਕਾਮੀ। ਬਾਣੀ ਜਾਂ ਜਿੰਨਾ ਵੀ ਇਹ ਅਸੀਂ ਕਹਿੰਦੇ ਹਾਂ ਵੀ ਧਰਮ ਆ, ਅਸੀਂ ਬੜੇ ਅੱਛੇ ਧਰਮੀ ਆ, ਸਾਡੇ ਲਿਬਾਸ ਸੋਹਣੇ ਨੇ, ਸਾਡੇ ਆਹ ਸਰੂਪ ਨੇ, ਨਾ ਅਸੀਂ ਹੈਗੇ ਕੀ ਆ ਉਹ ਇੰਪੋਰਟੈਂਟ ਆ। ਸਾਡੇ ਅੰਦਰ ਕੀ ਹੈ ਉਹਦੀ ਗੱਲ ਅਸੀਂ ਕਰਨੀ ਆ। ਸਾਫ਼ ਹੀ ਲਿਖਤਾ ਭਗਤ ਜੀ ਨੇ, ਕਹਿੰਦੇ ਹਮ ਕਹੀਅਤ ਕਲ ਯੁਗ ਕੇ ਕਾਮੀ। ਕਿਉਂ? ਨਾਥ ਕਛੂ ਨ ਜਾਨੋ ਮਨ ਮਾਇਆ ਕੇ ਹਾਥ ਬਿਕਾਨੋ।
ਜਿਹੜਾ ਮੇਰਾ ਮਨ ਆ ਉਹ ਮਾਇਆ ਕੋਲ ਵਿਕ ਚੁੱਕਿਆ। ਮਾਇਆ ਨੇ ਉਹਨੂੰ ਖਰੀਦ ਲਿਆ ਤੇ ਹੁਣ ਜਿਵੇਂ ਮਰਜ਼ੀ ਆਪਣੇ ਕੰਟਰੋਲ ਦੇ ਨਾਲ ਇਹ ਮਨ ਨੂੰ ਵਿਚਾਰਾਂ 'ਚ ਗੇੜੇ ਦੇਈ ਜਾਂਦੀ ਆ। ਇਨ ਪੰਚਨ मेरो मन जो बिगाड़ियो पल पल हर जी ते अंतर पारियो। पल पल मैनू इन्हां पंजां ने अकाल पुरख तो दूर कर दिता कि वो मन मेरा विकिया होया माया दे कोल। माया दे कंट्रोल हेठ है मेरा मन। जत देखो तत दुख की राशि अजो ना पत्याए निगम भय साखी। जिन्नियां धार्मिक पुस्तकां ने जिन्ना धार्मिक ज्ञान है वो भी यही गवाही दे रहा है। गौतम नार उमापत स्वामी शीस धरन सहस भागगामी। इन दूतन खल बध कर मार्यो बड़ो निलाज अजहू नहीं हार्यो। कह रविदास कहाँ कैसे कीजै बिन रघुनाथ शरण का की लीजै। ਅਸੀਂ ਡਾਇਰੈਕਟਲੀ ਅਕਾਲ ਪੁਰਖ ਦੀ ਸ਼ਰਨ ਚ ਜਾਣਾ ਹੈ। ਡਾਇਰੈਕਟਲੀ ਕੋਈ ਸਾਡਾ ਵਿਚੋਲਾ ਨਹੀਂ, ਕੋਈ ਵਿਚੋਲਾ ਨਹੀਂ। ਅਸੀਂ ਆਪਣਾ ਰਿਲੇਸ਼ਨ ਆਪਣਾ ਸੰਬੰਧ ਡਾਇਰੈਕਟਲੀ ਉਸ ਅਕਾਲ ਪੁਰਖ ਨਾਲ ਪਾਉਣਾ। ਉਹ ਕਿਸ ਤਰ੍ਹਾਂ ਪਾਉਣਾ ਉਹਦੇ ਲਈ ਸਾਨੂੰ ਆਪਣੇ ਆਪ ਦਾ ਐਨਾਲਿਸਿਸ ਕਰਨਾ ਪੈਣਾ ਕਿ ਅਸੀਂ ਸਾਡਾ ਕਰੈਕਟਰ ਕਿਸ ਤਰ੍ਹਾਂ ਦਾ, ਕਿਉਂਕਿ ਇਹ ਸਭ ਤੋਂ ਵੱਧ ਆਪ ਹੀ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ। ਕਿਸੇ ਦੇ ਹੋਰ ਮਨ ਦੇ ਅੰਦਰ ਠੀਕ ਹੈ ਗੁਰਸਿੱਖ ਦੀ ਅਵਸਥਾ ਆ ਜਾਂਦੀ ਹੈ, ਸਾਹਮਣੇ ਬੈਠੇ ਬੰਦੇ ਦਾ ਕਈ ਲੋਕ ਮਨ ਪੜ੍ਹ ਲੈਂਦੇ ਨੇ, ਉੱਚੀ ਅਵਸਥਾ ਵਾਲੇ ਦੇਖ ਲੈਂਦੇ ਨੇ ਉਹਦੇ ਮਨ ਦੇ ਅੰਦਰ ਕੀ ਚੱਲ ਰਿਹਾ। ਲੇਕਿਨ ਅਸੀਂ ਅਜੇ ਬਿਲਕੁਲ ਸਟਾਰਟਿੰਗ ਲੈਵਲ ਤੇ ਆ। ਅਸੀਂ ਇਹਨਾਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ। ਅਸੀਂ ਹਲੇ ਬਾਣੀ ਨੂੰ ਵਿਚਾਰ ਕੇ ਆਪਣੇ ਮਨ ਨੂੰ ਸਾਧਨਾ। ਸੋ ਇਹਨਾਂ ਸ਼ਬਦਾਂ 'ਚ ਰਹਾਉ ਦੀ ਤੋਕ ਨਹੀਂ ਹੋਏਗੀ। ਹਾਂ ਲੇਕਿਨ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ, ਇੱਥੇ ਹੈਡਿੰਗ ਆ ਗਿਆ ਕੁਚੱਜੀ। ਸੋ ਇਹਨੂੰ ਮਹੱਲਾ ਪ੍ਰੋਨਾਊਂਸ ਕਰਨਾ ਜੀ, ਮਹਿਲਾ ਨਹੀਂ ਪ੍ਰੋਨਾਊਂਸ ਕਰਨਾ, ਮਹੱਲਾ। ਜਿਹੜੇ ਉਸ ਮਹੱਲ ਮਹਿਲ ਦੇ ਵਿੱਚ ਜਿਹੜੇ ਪਹੁੰਚੇ ਨੇ, ਜਿਨ੍ਹਾਂ ਨੂੰ ਅਧਿਕਾਰ ਹੋਇਆ ਉਸ ਮਹਿਲ ਦੇ ਵਿੱਚ ਰਹਿਣ ਦਾ, ਉਹਨਾਂ ਨੂੰ ਫਿਰ ਬ੍ਰਹਮ ਗਿਆਨ ਦੇ ਵਿੱਚ ਮਹੱਲੇ ਸੱਦਿਆ ਗਿਆ। ਇਹ ਜਿਹੜੀ ਹੈ ਦੂਸਰੀ ਲਾਈਨ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੈਂ ਬੜਾ ਇਨ ਸ਼ਾਰਟ 'ਚ ਦੱਸਣਾ ਚਾਹੁੰਦਾ। ਇੱਥੇ ਕੋਈ ਸਵਾਲ ਨਹੀਂ ਹੈ, ਆਪਣੀ ਖੋਜ ਅਸੀਂ ਸਾਰਿਆਂ ਨੇ ਕਰਨੀ ਹੈ। ਇਹ ਜਿਹੜਾ ਇੱਕ ਓਂਕਾਰ ਦਾ ਕਨਸੈਪਟ ਹੈ ਗੁਰੂ ਨਾਨਕ ਸਾਹਿਬ ਦਾ, ਇਹ ਸਭ ਤੋਂ ਉੱਤੇ ਸੀ ਪੁਰਾਤਨ ਸਰੂਪਾਂ ਦੇ ਵਿੱਚ। ਇਹ ਜਾਣੇ ਅਣਜਾਣੇ ਮਿਸਟੇਕ ਹੋਈ ਹੈ। ਇੱਕ ਓਂਕਾਰ ਦਾ ਜਿਹੜਾ ਸਤਿਗੁਰ ਪ੍ਰਸਾਦ ਹੈ ਥੱਲੇ ਆ ਗਿਆ ਮਹੱਲੇ ਦੇ। ਲੇਕਿਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ, ਇਹ ਇਸ ਤਰ੍ਹਾਂ ਸੀ। ਪੁਰਾਤਨ ਸਰੂਪਾਂ ਦੇ ਜੇ ਦਰਸ਼ਨ ਕਰੀਏ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਤਕਰੀਬਨ 20-25 ਸਾਲਾਂ 'ਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ
ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਟੱਡੀ ਡਿਪਾਰਟਮੈਂਟ ਦੇ ਜਿਹੜੇ ਪ੍ਰੋਫੈਸਰਸ ਨੇ ਜਾਂ ਰਿਸਰਚ ਸਕਾਲਰਸ ਨੇ, ਉਹਨਾਂ ਨੇ ਖੋਜਾਂ ਕੀਤੀਆਂ ਨੇ ਔਰ ਤਕਰੀਬਨ 2001-2 ਦੀਆਂ ਗੱਲਾਂ ਨੇ। ਉਦੋਂ ਮੈਂ ਵੀ ਉਹਨਾਂ ਦੇ ਨਾਲ ਇਸ ਸੇਵਾ 'ਚ ਸ਼ਾਮਲ ਹੁੰਦਾ ਸੀ। ਇਹ ਸਾਰੇ ਸਰੂਪ ਡਿਜੀਟਲਾਈਜ਼ ਹੋ ਚੁੱਕੇ ਨੇ, ਸੀਡੀਜ਼ 'ਤੇ ਪੈ ਚੁੱਕੇ ਨੇ, ਵੈਬਸਾਈਟ 'ਤੇ ਆ ਜਾਣਗੇ ਜਦੋਂ ਉਹਨਾਂ ਦਾ ਕੰਮ ਜਿਹੜਾ ਮੁੱਕ ਗਿਆ। ਉਹਨਾਂ ਸਰੂਪਾਂ 'ਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਹੜਾ ਹੈ ਉਹ ਉੱਪਰ ਹੈ। ਕਿਉਂਕਿ ਜੇ ਦਰਸ਼ਨ ਕਰੀਏ ਗੁਰੂ ਗ੍ਰੰਥ ਸਾਹਿਬ ਦੇ, ਸਭ ਤੋਂ ਉੱਪਰ ਇੱਕ ਓਂਕਾਰ ਹੈ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਬ੍ਰਹਮ ਗਿਆਨ ਦੀ ਸ਼ੁਰੂਆਤ ਹੋ ਰਹੀ ਹੈ। ਇੱਕ ਉਹ ਅਕਾਲ ਪੁਰਖ ਇੱਕ ਹੈ, ਤੇ ਉਹ ਦੇਹ ਰੂਪ ਨਹੀਂ ਹੈ, ਉਹ ਧੁਨ ਰੂਪ ਹੈ। ਧੁਨ ਰੂਪ ਹੈ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ। ਤੇ ਕਿਤੇ ਕਨਸੈਪਟ ਜਾਂ ਮੇਰੇ ਕੋਲ ਕੋਈ ਸਰੂਪ ਆਇਆ ਤੇ ਮੈਂ ਜ਼ਰੂਰ ਇੱਥੇ ਸ਼ੇਅਰ ਕਰੂੰਗਾ ਸਕਰੀਨ ਤੇ। ਸੋ ਇਹਦੇ 'ਚ ਰਹਾਉ ਦੀ ਤੁਕ ਨਹੀਂ ਹੋਏਗੀ, ਸਿੱਧੀਆਂ ਲਾਈਨਾਂ ਹੋਣਗੀਆਂ ਔਰ ਅਖੀਰ ਤੇ ਜਾ ਕੇ ਇੱਕ ਨੰਬਰ ਆਏਗਾ। ਦੇਖੋ, ਜਿਹੜੀ ਲਾਈਨ ਖਤਮ ਹੋ ਰਹੀ ਹੈ ਉੱਥੇ ਇੱਕ ਨੰਬਰ ਆਏਗਾ। ਉਸ ਤੋਂ ਅੱਗੇ ਜੇ ਅਸੀਂ ਦਰਸ਼ਨ ਕਰਾਂਗੇ, ਸੂਹੀ ਮਹੱਲਾ ਪਹਿਲਾ ਸੁਚੱਜੀ, ਉੱਥੇ ਫਿਰ ਸੁਚੱਜੀ ਦੀਆਂ ਵਿਸ਼ੇਸ਼ਤਾਵਾਂ ਸ਼ੁਰੂ ਹੋ ਜਾਂਦੀਆਂ। ਵਾਹਿਗੁਰੂ। ਤੇ ਉਸ ਤੋਂ ਅੱਗੇ ਉਹੀ ਕਨਸੈਪਟ ਹੈ, ਇੱਥੇ ਨੰਬਰ 2 ਉਹਨਾਂ ਨੇ ਦਿੱਤਾ। ਉਸ ਤੋਂ ਅੱਗੇ ਜੇਕਰ ਅਸੀਂ ਜਾਵਾਂਗੇ, ਸੂਹੀ ਮਹੱਲਾ ਪੰਜਵਾਂ ਗੁਣਵੰਤੀ, ਜੋ ਦਿਸੈ ਗੁਰ ਸੇ ਖੜਾ ਤਿਸ ਨਿਵ ਨਿਵ ਲਾਗੋ ਪਾਏ ਜੀ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀ। ਬਹੁਤ ਬਹੁਤ ਉੱਚ ਕੋਟੀ ਦਾ ਇਹ ਸ਼ਬਦ ਹੈ। ਪਛਾਨਣਾ ਅਸੀਂ ਬ੍ਰਹਮ ਗਿਆਨ ਦੇ ਜਿਹੜੇ ਭਾਵ ਨੇ ਉਹਨਾਂ 'ਚ ਖੇਲਣਾ ਹੈ। ਹੁਣ ਇੱਥੇ ਗੁਰਸਿੱਖੜਾ ਲਫ਼ਜ਼ ਨਹੀਂ ਹੈ, ਪੜ੍ਹ ਦਿੰਦੇ ਆ ਜੀ ਗੁਰਸਿੱਖੜਾ। ਗੁਰਸਿੱਖੜਾ ਲਫ਼ਜ਼ ਨਹੀਂ ਹੈ। ਆਪਾਂ ਪਹਿਲੇ ਅੰਕ ਦੀ, ਦੂਜੇ ਅੰਕ ਦੀ ਵਿਚਾਰ ਕਰਦੇ ਗਾਂ ਨੂੰ ਜਾਣਾ, ਲੇਕਿਨ ਮੈਂ ਥੋੜਾ ਜਿਹਾ ਕਨਸੈਪਟ ਇੱਥੇ ਦੱਸਦਾ ਚੱਲੂਗਾ। ਜੋ ਦਿਸੈ ਗੁਰ ਸੇ ਖੜਾ, ਜਿਹਨੇ ਗੁਰੂ ਦੇ ਜ਼ਰੀਏ ਆਪਣੇ ਮਨ ਨੂੰ ਖੜਾ ਕਰ ਲਿਆ। ਜੋ ਦਿਸੈ ਗੁਰ ਸੇ, ਗੁਰੂ ਦੇ ਜ਼ਰੀਏ ਜਿਹਦਾ ਮਨ ਖੜਾ ਹੋ ਗਿਆ, ਤੇ ਇਸ ਨਿਵ ਨਿਵ ਲਾਗੂ ਪਾਏ ਜੀਓ। ਔਰ ਇਹ ਹੈ ਮਹੱਲਾ ਪੰਜਵਾਂ। ਮਹੱਲੇ ਪੰਜਵੇਂ ਦੇ ਸਾਹਮਣੇ ਕੌਣ ਸੀ ਐਸਾ ਜਿਨ੍ਹਾਂ ਨੇ ਗੁਰੂ ਦੇ ਜ਼ਰੀਏ ਆਪਣਾ ਮਨ ਖੜਾ ਕੀਤਾ ਸੀ? ਉਹ ਸਨ ਗੁਰੂ ਰਾਮਦਾਸ ਸਾਹਿਬ। ਇਹ ਉਹਨਾਂ ਦੇ ਪਾਏ ਲੱਗਣ ਦੀ ਗੱਲ ਕਰ ਰਹੇ ਇੱਥੇ। ਜੋ ਦਿਸੈ ਗੁਰ ਸੇ ਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਕਹਿੰਦੇ ਉਹਦੇ ਅੱਗੇ ਮੈਂ ਆਪਣੀ ਬਿਰਥਾ, ਆਪਣੇ ਦਿਲ ਦੀਆਂ ਗੱਲਾਂ ਉਹਨਾਂ ਅੱਗੇ ਕਰਾਂ। ਗੁਰ ਸੱਜਣ ਦੇਹ ਮਿਲਾਏ ਜੀਓ। ਰਾਰੇ ਨੂੰ ਔਂਕੜ ਹੈ, ਇੱਥੇ ਗੁਰ ਕੋਈ ਦੇਹ ਨਹੀਂ ਹੈ, ਇੱਥੇ ਗੁਰ ਹੈ ਸ਼ਬਦ। ਏਕ ਸ਼ਬਦ ਮੇਰੇ ਪ੍ਰਾਨ ਮਸਤ ਹੈ, ਬਹੁੜ ਜਨਮ ਨਾਵਾ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਉਸ ਇੱਕ ਨਾਮ ਦੀ ਗੱਲ ਇੱਥੇ ਕੀ ਹੈ ਕਿ ਜਿਹਦੇ ਜ਼ਰੀਏ ਆਪਣਾ ਮਨ ਖੜਾ ਕੀਤਾ, ਉਹ ਜਿਹੜਾ ਗੁਰ ਹੈ, ਮੈਨੂੰ ਵੀ ਮਿਲਾ ਦਿਓ। ਸੋ ਇਹ ਆਪਾਂ ਇੱਥੇ ਪਹੁੰਚਦੇ ਹਾਂ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਆਪਾਂ ਅੱਜ ਆਪਣਾ ਪਹਿਲਾ ਅੰਕ ਜਿਹੜਾ ਕੁਚੱਜੀ ਦੇ ਹੈਡਿੰਗ ਥੱਲੇ ਹੈ, ਉਹਨੂੰ ਅੱਜ ਵਿਚਾਰਾਂਗੇ। ਇਹ ਹੈ ਮਹੱਲਾ ਪਹਿਲਾ।
ਦੇਖੋ ਇਹ ਕਿੰਨਾ ਸੋਹਣਾ ਗੁਰੂ ਸਾਹਿਬਾਨ ਨੇ ਸਾਨੂੰ ਆਮ ਲਫ਼ਜ਼ ਵਰਤ ਦਿੰਦੇ ਆ ਵੀ ਐਡੀਟਿੰਗ ਕੀਤੀ ਹੈ, ਸੰਪਾਦਨਾ ਕੀਤੀ ਹੈ। ਸੰਪਾਦਨਾ ਜਦੋਂ ਐਡਿਟ ਕਰਦੇ ਆ, ਐਡਿਟ 'ਚ ਕੱਟ ਵੱਢ ਕੀਤੀ ਜਾਂਦੀ ਹੈ, ਲੇਕਿਨ ਇਹ ਸੰਪਾਦਨਾ ਨਹੀਂ ਹੈ, ਇੱਕ ਕਲੈਕਸ਼ਨ ਹੈ, ਕਲੈਕਸ਼ਨ ਆਫ ਸ਼ਬਦ ਹੈ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਬਣਾ ਕੇ ਦਿੱਤਾ। ਔਰ ਤਰਤੀਬ ਉਹਨਾਂ ਨੇ ਫਿਰ ਲਾ ਲਈ, ਕੁਚੱਜੀ ਦਾ ਸ਼ਬਦ ਦਿੱਤਾ, ਅੱਗੇ ਮਹੱਲੇ ਪਹਿਲੇ ਦਾ ਸੁਚੱਜੀ ਦਾ ਸ਼ਬਦ ਦਿੱਤਾ, ਫਿਰ ਮਹੱਲੇ ਪੰਜਵੇਂ ਦਾ ਸ਼ਬਦ ਹੈ ਗੁਣਵੰਤੀ। ਕੁਚੱਜੀ ਤੇ ਦੂਰ ਦੀ ਗੱਲ ਹੈ, ਸੁਚੱਜੀ ਵੀ ਬੜਾ ਉੱਚਾ ਕਰੈਕਟਰ ਹੈ, ਔਰ ਉਸ ਦੇ ਬਾਅਦ ਗੁਣਵੰਤੀ ਬਹੁਤ ਹੀ ਉੱਚਾ ਹੈ ਅਵਸਥਾ। ਇਹ ਜਦੋਂ ਪੜ੍ਹ ਰਹੇ ਸੀ ਉਦੋਂ ਪਾਤਸ਼ਾਹ ਗਿਆਨ ਦੇ ਰਹੇ ਸੀ, ਅਸੀਂ ਸਾਰੇ ਅਜੇ ਇਸ ਅਵਸਥਾ 'ਚ ਬੈਠੇ ਹਾਂ। ਮੰਝ ਕੁਚੱਜੀ ਅਮਾਵਣ ਡੋਸੜੇ। ਮੈਂ ਪਹਿਲਾਂ ਦੱਸਾਂ ਕਿ ਸਿਹਾਰੀਆਂ ਜਾਂ ਔਂਕੜ ਗੂੰਗੇ ਨਹੀਂ ਨੇ। ਜਦੋਂ ਆਪਾਂ ਸ਼ਬਦ ਬੋਲਦੇ ਹਾਂ ਵਾਹਿਗੁਰੂ, ਹਾਹੇ ਨੂੰ ਸਿਹਾਰੀ ਬੋਲਦੀ ਹੈ, ਤੇ ਸਤਨਾਮ ਦੇ ਤੱਤੇ ਨੂੰ ਵੀ ਸਿਹਾਰੀ ਆ ਭਾਈ। ਉੱਥੇ ਉਹ ਕਿਉਂ ਨਹੀਂ ਬੋਲਦੀ, ਇਹਦਾ ਕੋਈ ਕਾਰਨ ਲੱਭ ਕੇ ਮੈਨੂੰ ਮੇਰੇ ਨਾਲ ਜ਼ਰੂਰ ਸਾਂਝਾ ਕਰਿਓ। ਵਾਹਿਗੁਰੂ ਅਸੀਂ ਕਹਿ ਰਹੇ ਹਾਂ ਜੀ ਸਤਨਾਮ, ਉਹ ਫਿਰ ਉਹਦਾ ਅਰਥ ਬਣ ਗਿਆ, ਉਹਦਾ ਨਾਮ ਸੱਚਾ ਹੈ, ਲੇਕਿਨ ਇੱਥੇ ਅਰਥ ਡੂੰਘੇ ਨੇ। ਜਦੋਂ ਤੱਤੇ ਨੂੰ ਸਿਹਾਰੀ ਹੈ ਸੱਤੇ ਨਾਮ, ਸੱਤੇ ਨਾਮ, ਸੱਤੇ ਕਹਿੰਦੇ ਹੋਂਦ ਨੂੰ, ਐਗਜ਼ਿਸਟੈਂਸ ਨੂੰ। ਉਹ ਜਿਹੜਾ ਨਾਮ ਹੈ, ਜਿਹੜਾ ਸਦਾ ਰਹਿਣ ਵਾਲਾ ਨਾਮ ਹੈ, ਸਦਾ ਰਹਿਣ ਵਾਲਾ, ਜਿਹਦੀ ਐਗਜ਼ਿਸਟੈਂਸ ਫੋਰਐਵਰ ਹੈ। ਇੱਕ ਓਂਕਾਰ ਸੱਤੇ ਗੁਰ ਪ੍ਰਸਾਦ, ਇੱਕ ਓਂਕਾਰ ਸੱਤੇ ਗੁਰ ਪ੍ਰਸਾਦ। ਇਹ ਜੋ ਗਿਆਨ ਥੱਲੇ ਦੇ ਰਿਹਾ, ਇਹ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆ ਰਿਹਾ। ਮੰਝ ਕੁਚੱਜੀ ਅਮਾਵਣ ਡੋਸੜੇ, ਹੋਂ ਕਿਉ ਸ਼ੋਹ ਰਾਵਣ ਜਾਉ ਜੀ। ਮੈਂ ਤੇ ਕੁਚੱਜੀ ਹਾਂ, ਮੇਰੇ ਕੋਲ ਤੇ ਕੋਈ ਚੱਜ ਅਚਾਰ ਹੀ ਨਹੀਂ ਹੈ। ਮੰਝ ਮੈਂ ਕੁਚੱਜੀ, ਕੁਛ ਸਿੱਖਿਆ ਨਹੀਂ। ਇਸ ਤਰ੍ਹਾਂ ਜਿੱਦਾਂ ਇੱਕ ਕੁੜੀ ਆਪਣੇ ਮਾਪਿਓ ਦੇ ਘਰ ਰਹਿੰਦੀ ਹੋਵੇ, ਉਹਨੂੰ ਖਾਣਾ ਬਣਾਉਣਾ ਨਾ ਆਉਂਦਾ ਹੋਵੇ, ਘਰ ਸਵਾਰਨਾ ਨਾ ਆਉਂਦਾ ਹੋਵੇ, ਉਹਨੂੰ ਕਿਸੇ ਕੰਮ ਦਾ ਨਾ ਪਤਾ ਹੋਵੇ, ਜਦੋਂ ਵਿਆਹ ਹੋ ਕੇ ਉਹਨੇ ਸਹੁਰੇ ਘਰ ਜਾਣਾ ਤੇ ਉੱਥੇ ਫਿਰ ਸਾਰਿਆਂ ਨੂੰ ਤਾਨੇ ਮਾਰਨੇ ਵੀ ਇਹਨੂੰ ਕੋਈ ਚਾਜੀ ਹੈ ਨਹੀਂ, ਕੋਈ ਕੰਮ ਨਹੀਂ ਕਰਨਾ ਆਉਂਦਾ, ਇਹਨੂੰ ਦਾਲ ਨਹੀਂ ਬਣਾਉਣੀ ਆਉਂਦੀ, ਇਹਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ, ਇਹਨੂੰ ਘਰ ਨਹੀਂ ਸਵਾਰਨਾ ਆਉਂਦਾ। ਸੋ ਐਸੀ ਇਸਤਰੀ ਨੂੰ ਫਿਰ ਕੁਚੱਜੀ ਸਾਰੇ ਕਹਿੰਦੇ ਨੇ, ਕੋਈ ਚਾਜੀ ਹੈ ਨਹੀਂ। ਸੋ ਅਸੀਂ ਸਾਰੀਆਂ ਜੀਵ ਇਸਤਰੀਆਂ ਨੇ, ਆਪਣੇ ਜਿਹੜੇ ਕੁਚੱਜ ਨੇ ਉਹਨਾਂ ਨੂੰ ਅਸੀਂ ਦੇਖਣਾ, ਐਨਾਲਿਸਿਸ ਕਰਨਾ। ਜਿੱਦਾਂ ਭਗਤ ਰਵਿਦਾਸ ਜੀ ਨੇ ਸ਼ਬਦ ਆਪਾਂ ਪਹਿਲਾਂ ਲਿਆ, ਨਾਥ ਕਛੂ ਨਾ ਜਾਣੋ ਮਨ ਮਾਇਆ ਕਹਿ ਹਾਥ ਬਿਕਾਨੋ, ਡਿਕਲੇਅਰ ਕਰ ਦਿੱਤਾ ਉਹਨਾਂ ਨੇ। ਫਿਰ ਉਹ ਅੱਗੇ ਕਹਿ ਰਹੇ ਹੈ, ਮਨ ਮਾਇਆ ਕੇ ਹਾਥ ਬਿਕਾਨੋ, नाथ कछु न जानो मन माया के हाथ बिकानो, तुम कहियत हो जगत गुर स्वामी, हम कहियत कल जुग के कामी। ਲੈ ਵੀ ਕਿਸੇ 'ਚ ਹੈ ਹਿੰਮਤ, ਆਪਾਂ ਬਾਹਰ ਜਾ ਕੇ ਐਲਾਨ ਕਰ ਸਕੀਏ ਸਾਨੂੰ ਤੇ ਕਾਮ ਹੀ ਬੜਾ, ਕਾਮ ਦਾ ਰੋਗ ਹੀ ਸਾਨੂੰ ਬੜਾ ਚਿੰਬੜਿਆ। ਇਹਦਾ ਤੇ ਹੁਣ ਸਾਨੂੰ ਹੀ ਪਤਾ ਨਾ ਅਸੀਂ ਕਿੰਨੇ ਕੁ ਕਾਮੀ ਆ। ਇਹ ਇਸ ਕਰਕੇ
ਆਪਣੇ ਅੰਦਰ ਦੀ ਅਸੀਂ ਖੋਜ ਕਰਨੀ ਹੈ, ਐਨਾਲਿਸਿਸ ਕਰਨੀ ਹੈ। ਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਬਾਣੀ ਗਿਆਨ ਸਾਨੂੰ ਕਾਬਲ ਬਣਾਏਗਾ ਆਪਣਾ ਐਨਾਲਿਸਿਸ ਕਰਨ ਦੇ। ਸੋ ਜਿਹੜੀਆਂ ਗੱਲਾਂ ਦਾ ਸਾਨੂੰ ਪਤਾ ਲੱਗਦਾ ਜਾਏਗਾ ਵੀ ਇਹ ਮਾੜੀਆਂ ਨੇ, ਇਹ ਚੰਗੀਆਂ ਨਹੀਂ ਨੇ, ਇਹ ਕੁਚੱਜ ਹੈ, ਸੋ ਅਸੀਂ ਐਨਾਲਿਸਿਸ ਕਰਕੇ ਆਪਣਾ ਉਹਨਾਂ ਨੂੰ ਅੰਦਰੋਂ ਮਾਈਨਸ ਕਰਦੇ ਜਾਣਾ। ਉਹ ਮਾਈਨਸ ਕਿਸ ਤਰ੍ਹਾਂ ਕਰਨਾ, ਇਹ ਬ੍ਰਹਮ ਗਿਆਨ ਹੈ ਬਾਣੀ ਦਾ। ਮੰਝ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਸਹੁ ਰਾਵਣ ਜਾਉ ਜੀਓ। ਕਹਿੰਦੇ ਮੈਂ ਤੇ ਕੋਈ ਚੱਜ ਅਚਾਰ ਹੀ ਨਹੀਂ ਸਿੱਖਿਆ, ਔਰ ਅੰਮਾਵਣ ਜੋ ਸਮਾ ਨਾ ਸਕਣ, ਇੰਨੇ ਦੋਸ਼ ਨੇ, ਇੰਨੇ ਡੋਸੜੇ ਨੇ, ਦੋਸ਼ੜੇ ਗੁਣ ਔਗਣੀ ਭਰਿਆ ਸਰੀਰ ਹੈ। ਅਮਾਵਲ ਡੋਸੜੇ ਹੋ ਕਿਉਂ ਸ਼ੋਹ ਰਾਵਣ ਜਾਓ ਜੀ। ਉਹ ਐਬ ਇੰਨੇ ਅੰਦਰ ਲਪਾ ਲਪ ਭਰੇ ਹੋਏ ਨੇ, ਠੀਕ ਨੇ, ਲੇਕਿਨ ਅਸੀਂ ਕਰਕੇ ਲੱਭਣਾ ਕਿ ਇਹ ਰਾਵਣ ਕੀ ਹੋਇਆ। ਰਾਵਣ ਇੱਕ ਤੇ ਰਾਵਣ ਉਹ ਹੈ ਨਾ ਜਿਹੜਾ ਜਿਹਨੂੰ ਰਾਮਚੰਦਰ ਨੇ ਮਾਰਿਆ ਸੀ ਹਨੂਮਾਨ ਦੀ ਮਦਦ ਦੇ ਨਾਲ, ਔਰ ਇਹ ਰਾਵਣ ਹੈ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਨਾ। ਮਨ ਮੱਧੇ ਹਰ ਹਰ ਰਾਵਨਾ, ਕਹਿੰਦੇ ਗੁਰੂ ਨਾਨਕ ਨੇ ਐਸਾ ਅਚਰਜ ਤਮਾਸ਼ਾ ਮੈਨੂੰ ਵਿਖਾਇਆ ਕਿ ਮੈਂ ਹਰ ਵੇਲੇ ਆਪਣੇ ਮਨ ਦੇ ਵਿੱਚ ਨਾਮ ਦੇ ਰੰਗਾਂ ਦੇ ਵਿੱਚ ਖੇਡ ਰਿਹਾ। ਮਨ ਮੱਧੇ ਹਰ ਹਰ ਰਾਵਨਾ, ਮਨ ਜਿਹੜਾ ਹੈ ਇੱਕ ਰਸਨਾ, ਇੱਕ ਅੰਦਰ ਹਿਰਦਾ, ਇਹ ਬੜੀ ਉੱਚੀ ਅਵਸਥਾ ਹੈ। ਰਸਨਾ ਦੇ ਨਾਲ ਅਸੀਂ ਕਈ ਵਾਰੀ ਨਾਮ ਜਪਦੇ ਹਾਂ, ਸਾਡਾ ਖਿਆਲ ਜਿਹੜਾ, ਸਾਡਾ ਮਨ ਜਿਹੜਾ ਅੰਦਰੋਂ ਨਿਕਲ ਕੇ ਕਿਸੇ ਪਾਸੇ ਚਲਾ ਜਾਂਦਾ। ਬੜੀ ਸਟਾਰਟਿੰਗ ਦੀ ਆਰੰਭ ਦੀ ਅਵਸਥਾ ਹੈ। ਫਿਰ ਐਸੀ ਅਵਸਥਾ ਆ ਜਾਂਦੀ ਹੈ ਵੀ ਜਿੰਨਾ ਅਸੀਂ ਜਪਦੇ ਹਾਂ ਓਨਾ ਸਾਨੂੰ ਸੁਣਦਾ ਵੀ ਹੈ, ਧਿਆਨ ਹੈ ਸਾਡਾ ਪੂਰਾ ਉਹਦੇ ਵਿੱਚ, ਔਰ ਸਾਡਾ ਮਨ ਜਿਹੜਾ ਹੈ ਉਹ ਵੀ ਨਾਲ ਨਾਲ ਵਾਹਿਗੁਰੂ 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 ਕਰ ਰਿਹਾ। ਇਹਨੂੰ ਕਹਿੰਦੇ ਰਾਵਣਾ। ਕਹਿੰਦੇ ਇਹਨਾਂ ਕੁਚੱਜ ਹੈ, ਇੰਨੇ ਐਬ ਮੇਰੇ ਅੰਦਰ ਭਰੇ ਨੇ, ਮੈਂ ਅਕਾਲ ਪੁਰਖ ਦਾ ਨਾਮ ਕਿਵੇਂ ਜਪ ਸਕਦਾ। ਅੱਗੇ ਲਾਈਨ ਆ ਰਹੀ ਹੈ, ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀ। ਉਹਦੇ ਦਰ ਤੇ ਜੀਵ ਇਸਤਰੀਆਂ ਇੱਕ ਤੋਂ ਇੱਕ ਵਧੀਆ ਪਈਆਂ ਨੇ, ਸੋਹਣੀਆਂ ਸੁਨੱਖੀਆਂ ਸੁਚੱਜੀਆਂ ਪਈਆਂ ਨੇ। ਭਾਵ ਚੜੰਦੀਆਂ ਮਤਲਬ ਇੰਨੀ ਉਹਨਾਂ ਦੀ ਚੜ੍ਹਦੀ ਕਲਾ, ਇੰਨੀ ਉਹਨਾਂ ਦੀ ਚੜਾਈ ਹੋਈ ਹੈ ਅੰਦਰ ਨਾਮ ਜਪ ਜਪ ਕੇ, ਤੇ ਮੈਂ ਤੇ ਕਿਸੇ ਗਿਣਤੀ 'ਚ ਨਹੀਂ ਉੱਥੇ। ਕੌਣ ਜਾਣੇ ਮੇਰਾ ਨਾਮ ਜੀ, ਮੇਰਾ ਤੇ ਨਾਮ ਹੀ ਨਹੀਂ ਕਿਸੇ ਨੂੰ ਪਤਾ। ਕੁਚੱਜੀ ਹੈ ਨਾ। ਜਿੰਨੀ ਸਖੀ ਸ਼ੌਹ ਰਾਵਿਆ, ਆ ਗਈ ਰਾਵਣ ਦੀ ਗੱਲ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਨਾਮ ਜਪਿਆ, ਪ੍ਰਭੂ ਪਤੀ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ। ਇਹ ਠੀਕ ਹੈ, ਅੱਖਰੀ ਅਰਥ ਉਹਨਾਂ ਨੇ ਕਰ ਦਿੱਤੇ ਨੇ, ਲੇਕਿਨ ਰਾਵਣ ਦਾ ਮਤਲਬ ਅਸੀਂ ਦੱਸ ਰਹੇ। ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਨਾ। ਇੱਕ ਸੈਕਿੰਡ ਮੈਂ ਇਹ ਸ਼ਬਦ ਸ਼ੇਅਰ ਕਰਾਂ, ਇੱਥੇ ਬੜਾ ਇੰਪੋਰਟੈਂਟ ਇੱਕ ਲਫ਼ਜ਼ ਆ ਰਿਹਾ ਹੈ।
ਕਹੋ ਨਾਨਕ ਗੁਰ ਚਲਤ ਦਿਖਾਇਆ। ਅੱਛਾ, ਇਹਨੂੰ ਚਲਤ ਪੜ੍ਹਦੇ ਆ ਜੀ, ਚਲਤ। ਇਹ ਚਲਤ ਲਫ਼ਜ਼ ਹੈ, ਚਲਤ। ਚਲਤ ਕਹਿੰਦੇ ਤਮਾਸ਼ੇ ਨੂੰ, ਅਚਰਜ ਨੂੰ। ਕਹੋ ਨਾਨਕ ਗੁਰ, ਗੁਰ ਨੇ, ਗੁਰੇ। ਕਹੋ ਨਾਨਕ ਗੁਰੇ ਚਲਤ ਦਿਖਾਇਆ। ਮਨ ਮੱਧੇ ਹਰ ਹਰ ਰਾਵਨਾ। ਕਹਿੰਦੇ ਮਨ ਦੇ ਵਿੱਚ ਮੇਰੇ ਲਗਾਤਾਰ ਸ਼ਬਦ ਦਾ ਅਭਿਆਸ ਚੱਲ ਰਿਹਾ। ਸੋ ਇਹ ਚਲਤ ਜਿਹੜਾ ਹੈ, ਚਲਤ ਦੇਖ ਤੁਮਾਰੇ, ਉਹ ਹੈ ਚਾਲ ਦੀ ਗੱਲ ਹੈ। ਲੇਕਿਨ ਜਿਹੜਾ ਚਲਤ ਲਫ਼ਜ਼ ਹੈ, ਉਹਨੂੰ ਬੜੇ ਧਿਆਨ ਨਾਲ ਅਸੀਂ ਇਹ ਲਫ਼ਜ਼ਾਂ ਨੂੰ ਪ੍ਰੋਨਾਊਂਸ ਕਰਨਾ ਹੁੰਦਾ, ਕਿਉਂਕਿ ਕਈ ਵਾਰੀ ਅਰਥ ਦਾ ਅਨਰਥ ਹੋ ਜਾਂਦਾ ਜੇ ਅਸੀਂ ਗਲਤ ਪ੍ਰੋਨਾਊਂਸ ਕਰਦੇ ਹਾਂ। ਸੋ ਇਹ ਚਲਤ ਲਫ਼ਜ਼ ਹੈ। ਇਹ ਮਨ ਮੱਧੇ ਹਰ ਹਰ ਨਾਮ, ਐਸਾ ਐਸਾ ਦ੍ਰਿਸ਼ ਮੈਨੂੰ ਅੰਦਰ ਦਿਖਾਇਆ ਕਿ ਬਸ ਹੁਣ ਨਾਮ ਜਪਣ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਹੈ। ਨਾਮ ਦੀ ਗੱਲ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਹੈ। ਮੇਰਾ ਮਨ ਹਰ ਵੇਲੇ ਹੁਣ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਰੰਗਿਆ ਜਾ ਰਿਹਾ। ਇਹ ਰੰਗਣ ਤੋਂ ਬਾਅਦ ਇਹਨੇ ਫਿਰ ਰੱਤੇ ਦੀ ਅਵਸਥਾ ਤੇ ਜਾਣਾ। ਸੋ ਲਫ਼ਜ਼ਾਂ ਨੂੰ ਅਸੀਂ ਬੜੇ ਧਿਆਨ ਨਾਲ ਪ੍ਰੋਨਾਊਂਸ ਕਰਨਾ। ਔਰ ਜਿਹੜੀ ਗੱਲ ਇੱਕ ਥਾਂ ਤੇ ਬਾਣੀ ਦੇ ਵਿੱਚ ਕਹਿ ਦਿੱਤੀ ਹੈ, ਰਾਵਣ ਦਾ ਗੱਲ ਹੈ। ਰਾਵਣ ਦਾ ਮਤਲਬ ਕਿਸੇ ਨੂੰ ਪ੍ਰਸੰਨ ਕਰ ਲਈ ਨਹੀਂ ਹੈ। ਰਾਵਣ ਦਾ ਅਰਥ ਹੈ ਜਦੋਂ ਰਸਨਾ ਦੇ ਨਾਲ ਨਾਮ ਜਪ ਜਪ ਕੇ ਜਦੋਂ ਸਾਡਾ ਹਿਰਦਾ ਵੀ ਅੰਦਰੋਂ ਜਪਣਾ ਸ਼ੁਰੂ ਕਰਦੇ, ਉਹਨੂੰ ਕਹਿੰਦੇ ਰਾਵਣਾ। ਅੰਦਰਲੀ ਗੱਲ ਹੈ, ਚੜਾਈ ਦੀ ਗੱਲ ਹੈ। ਇਸ ਕਰਕੇ ਅੱਗੇ ਲਫ਼ਜ਼ ਆਇਆ ਇੱਕ ਦੋ ਇੱਕ ਚੜੰਦੀਆਂ। ਇੱਥੇ ਰਾਵਣ ਦਾ ਕਿ ਮੈਂ ਨਹੀਂ ਇਹ ਕੰਮ ਕਰ ਸਕਦਾ, ਮੈਂ ਤੇ ਕੁਚੱਜਾ, ਮੈਂ ਤੇ ਸਿੱਖਿਆ ਹੀ ਕੱਖ ਨਹੀਂ। ਮੇਰੇ ਅੰਦਰ ਤੇ ਦੋਸ਼, ਮੇਰੇ ਔਗੁਣ ਡੁੱਲ ਡੁੱਲ ਪੈ ਰਹੇ ਨੇ, ਅੰਦਰ ਸਮਾ ਹੀ ਨਹੀਂ ਸਕਦੇ। ਇੱਕ ਦੋ ਇੱਕ ਝੜੰਦੀਆਂ, ਕੌਣ ਜਾਣੇ ਮੇਰਾ ਨਾਮ ਜੀ। ਉੱਥੇ ਅਕਾਲ ਪੁਰਖ ਦੇ ਦਰ ਤੇ ਇੱਕ ਦੋ ਇੱਕ ਝੜੰਦੀਆਂ, ਵਧੀਆ ਤੋਂ ਵਧੀਆ ਜੀਵ ਇਸਤਰੀਆਂ ਬੈਠੀਆਂ ਨੇ, ਜਿਨ੍ਹਾਂ ਨੇ ਨਾਮ ਜਪ ਜਪ ਕੇ ਅੰਦਰੇ ਅੰਦਰ ਚੜਾਈ ਕੀਤੀ ਹੈ ਔਰ ਅਕਾਲ ਪੁਰਖ ਦੇ ਦਰ ਤੇ ਪਹੁੰਚੀਆਂ ਨੇ। ਕੌਣ ਜਾਣੇ ਮੇਰਾ ਨਾਮ ਜੀ, ਮੇਰਾ ਤੇ ਨਾਮ ਹੀ ਨਹੀਂ ਪਤਾ ਉੱਥੇ ਕਿਸੇ ਨੂੰ। ਜਿੰਨੀ ਸਖੀ ਸੋਹਰਾਵਿਆ ਸੇ ਅੰਬੀ ਛਾਵੜੀ ਏ ਜੀ। ਵਾਹਿਗੁਰੂ, ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਨਾਮ ਜਪਿਆ, ਉਹ ਇਸ ਤਰ੍ਹਾਂ ਦਾ ਆਨੰਦ ਉਹਨਾਂ ਦੇ ਅੰਦਰ, ਇਸ ਤਰ੍ਹਾਂ ਦਾ ਖੇੜਾ, ਜਿਵੇਂ ਸੰਘਣੇ ਅੰਬ ਦੇ ਦਰਖਤ ਦੇ ਥੱਲੇ ਗਰਮੀ ਦੇ ਵਿੱਚ ਬਹਿ ਕੇ ਛਾਂ ਦਾ ਆਨੰਦ ਜਿਹੜਾ ਉਹ ਲਈਦਾ। ਇੱਕ ਐਗਜ਼ਾਮਪਲ ਦਿੱਤੀ ਹੈ ਕਿ ਬਹੁਤ ਗਰਮੀ ਲੱਗ ਰਹੀ ਹੋਏ ਔਰ ਅੰਬ ਦਾ ਦਰਖਤ ਕਿਤੇ ਮਿਲ ਜੇ ਸਾਨੂੰ ਰਾਹ ਦੇ ਵਿੱਚ ਤੁਰੇ ਜਾਂਦਿਆਂ, ਤੇ ਉਸ ਛਾਂ ਥੱਲੇ ਆ ਕੇ ਸਾਨੂੰ ਗਰਮੀ ਨਹੀਂ ਮਹਿਸੂਸ ਹੁੰਦੀ। ਸੋ ਇੱਥੇ ਛਾਂ ਜਿਹੜੀ ਆ ਉਹ ਬਹੁਤ ਵੱਡੀ ਚੀਜ਼ ਹੈ। ਇੱਥੇ ਐਗਜ਼ਾਮਪਲ ਲਈ ਹੈ, ਲੇਕਿਨ ਇਹਦਾ ਜਿਹੜਾ ਭਾਵ ਅਰਥ ਹੈ, ਉਹ ਜਿਹੜੇ ਗੁਰੂ ਗੁਰੂ ਕਰਦੇ ਕਰਦੇ ਉਸ ਅਕਾਲ ਪੁਰਖ ਦੀ ਸ਼ਰਨ ਚ ਚਲੇ ਗਏ ਨੇ, ਜਿਨ੍ਹਾਂ ਨੇ ਸਖੀ ਸੋਹਰਾਵਿਆ ਸੋਹਰਾਵਿਆ, ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਨਾਮ ਜਪਿਆ ਔਰ ਨਾਮ ਜਪ ਜਪ ਕੇ ਉਸ ਅਕਾਲ ਪੁਰਖ ਦੀ ਸ਼ਰਨ ਚ ਪਹੁੰਚ ਗਏ ਨੇ। ਸੇ ਅੰਬੀ ਛਾਵੜੀ ਹੈ ਜੀ। ਸੇ ਗੁਣ ਮੰਝ ਨ ਆਵਨੀ, ਹਾਂ
ਕਹਿ ਜੀ ਦੋਸ਼ ਧਰੇ ਜੀ, ਪਰ ਮੇਰੇ ਅੰਦਰ ਤੇ ਉਹ ਗੁਣ ਹੀ ਨਹੀਂ ਹੈ। ਮੈਂ ਤੇ ਨਾਮ ਜਪਿਆ ਹੀ ਨਾ, ਮੈਂ ਤੇ ਹੋਰ ਬਥੇਰੇ ਕੰਮ ਕਰ ਲਏ, ਪਰ ਨਾਮ ਨਹੀਂ ਮੇਰੇ ਤੋਂ ਜਪਿਆ ਗਿਆ, ਅਭਿਆਸ ਨਹੀਂ ਹੋਇਆ। ਤੇ ਮੈਂ ਆਪਣੇ ਇਸ ਮਾੜੇ ਕਰਮ ਦਾ ਜਾਂ ਆਪਣੇ ਇਸ ਕਸੂਰ ਦਾ ਕਿ ਮੇਰਾ ਮਨ ਜਿਹੜਾ ਉਹ ਮਾਇਆ ਦੇ ਹੱਥ ਵਿਕਿਆ ਹੋਇਆ ਹੈ, ਪੰਜਾਂ ਨੇ ਮੇਰੇ ਅੰਦਰ ਪੱਕਾ ਡੇਰਾ ਲਾਇਆ ਹੋਇਆ ਹੈ, ਤੇ ਮੈਂ ਇਹਦਾ ਦੋਸ਼ ਕਿਹਨੂੰ ਦਵਾਂ? ਹਾਂ, ਕਹਿ ਜੀ ਦੋਸ਼ ਧਰੇ ਜੀ। ਮੈਂ ਆਪਣੀ ਇਸ ਅਭਾਗਤਾ ਦਾ ਦੋਸ਼ ਹੋਰ ਕਿਸੇ ਨੂੰ ਦੇ ਸਕਦੀ ਨਹੀਂ। ਆਪਣਾ ਐਨਾਲਿਸਿਸ ਆਪ ਕਰਨਾ। ਹੁਣ ਜੇ ਅਸੀਂ ਬਾਣੀ ਪੜ੍ਹ ਕੇ ਇੱਥੇ ਤੱਕ ਨਹੀਂ ਆਏ, ਫਿਰ ਤੇ ਗੱਲ ਨਹੀਂ ਬਣੀ। ਬਾਣੀ ਵਿਚਾਰ ਕੇ ਅਸੀਂ ਇੱਥੇ ਤੱਕ ਨਹੀਂ ਆਏ, ਫਿਰ ਤੇ ਗੱਲ ਨਹੀਂ ਬਣੀ। ਅਸੀਂ ਪੜ੍ਹੀ ਵੀ ਜਾ ਰਹੇ ਹਾਂ, ਪਰ ਸਾਡੀ ਅਵਸਥਾ ਨਹੀਂ ਆ ਰਹੀ। ਗੱਲ ਕੀ ਹੈ? ਕਿਉਂ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ? ਗੁਰਬਾਣੀ ਕੀ ਹੈ? ਗੁਰਬਾਣੀ ਮਨੁੱਖ ਵਾਸਤੇ ਸਚਿਆਰ ਬਣਨ ਦਾ ਰਸਤਾ ਹੈ। ਪਰ ਅਸੀਂ ਹੋਰਾਂ ਕੰਮਾਂ 'ਚ ਪੈ ਕੇ, ਹੋਰ ਕੰਮ ਕਿਹੜੇ ਨੇ ਜੀ? ਮੈਂ ਹੁਣ ਜ਼ਿਕਰ ਨਹੀਂ ਕਰਨਾ ਚਾਹੁੰਦਾ, ਮੈਂ ਚਾਹੁੰਦਾ ਕਿ ਸ਼ਬਦ ਦੇ ਭਾਵ ਦੇ ਵਿੱਚੋਂ ਨਾ ਨਿਕਲਿਆ ਜਾਵੇ, ਲੇਕਿਨ ਇਹ ਗੱਲਾਂ ਅੱਗੇ ਆਉਂਦੀਆਂ ਨੇ ਸਾਨੂੰ ਕਰਕੇ, ਇਹਨਾਂ ਗੱਲਾਂ ਤੋਂ ਸਾਨੂੰ ਉੱਪਰ ਉੱਠਣਾ ਪੈਣਾ। ਅਸੀਂ ਗੁਰਬਾਣੀ ਦਾ ਜਿਹੜਾ ਸਚਿਆਰ ਬਣਨ ਦਾ ਰਾਸਤਾ ਸੀ, ਉਹਨੂੰ ਅਸੀਂ ਭੀੜਾ ਕਰ ਲਿਆ। ਕੋਡ ਆਫ ਕੰਡਕਟ ਬਣਾਤੇ ਅਸੀਂ ਕਿ ਨਹੀਂ ਜੀ, ਇਸ ਵੇਲੇ ਕਰਨਾ ਕੰਮ, ਕੰਮ ਇਸ ਵੇਲੇ ਕਰਨਾ। ਜ਼ਿਆਦਾ ਜਿਹੜਾ ਸਾਡਾ ਧਿਆਨ ਸੀ ਉਹ ਉਧਰ ਚਲਾ ਗਿਆ ਸੀ, ਹਾਲਾਂਕਿ ਬਾਣੀ ਓਪਨ ਹੈ, ਬਾਣੀ ਦਾ ਘੇਰਾ ਬਹੁਤ ਖੁੱਲਾ ਹੈ, ਗਿਆਨ ਬਹੁਤ ਖੁੱਲਾ ਹੈ। ਅਸੀਂ ਆਪਣੇ ਆਪਣੇ ਵਾਸਤੇ ਇਹ ਗਿਆਨ ਆਪਣੇ ਨਾਲ, ਆਪਣੇ ਮਨ ਦੇ ਨਾਲ ਸਾਂਝ ਪਾ ਕੇ ਇਹ ਗਿਆਨ ਨੂੰ ਅਮਲ 'ਚ ਲੈ ਕੇ ਆਉਣਾ। ਅਸੀਂ ਆਪਣੀ ਜਿਹੜੀ ਸੁਰਤ ਹੈ ਉਹਨੂੰ ਗੁਰੂ ਦੀ ਮੱਤ ਦੇ ਨਾਲ ਜੋੜਨਾ ਸੀ। ਇਸ ਗਿਆਨ ਨੂੰ ਅਸੀਂ ਅਮਲ 'ਚ ਲੈ ਕੇ ਆਉਣਾ ਸੀ। ਹੁਣ ਅਸੀਂ ਅਮਲ 'ਚ ਨਹੀਂ ਲੈ ਕੇ ਆਏ, ਉਹਨੂੰ ਪੜ੍ਹੀ ਜਾ ਰਹੇ ਹਾਂ, ਚਲੀਏ ਕਰੀ ਜਾ ਰਹੇ ਹਾਂ, ਖੰਡ ਪਾਠ ਕਰੀ ਜਾ ਰਹੇ ਹਾਂ, ਜਾਂ ਈਵਨ ਫਾਰਮਲ ਸਹਿਜ ਪਾਠ ਕਰੀ ਜਾ ਰਹੇ ਹਾਂ। ਫਾਰਮਲ ਕਿ ਮੈਂ ਚਲੋ ਇਹ ਸਹਿਜ ਪਾਠ ਦਾ ਭੋਗ ਪਾਉਣਾ ਜੀ ਫਲਾਣੇ ਦਿਨ। ਅਸੀਂ ਆਪਣਾ ਜੀਵਨ ਵਿਅਰਥ ਕਰ ਰਹੇ ਹਾਂ, ਟਾਈਮ ਸਮਾਂ ਗਵਾ ਰਹੇ ਹਾਂ ਅਸੀਂ, ਜੇ ਅਸੀਂ ਬਾਣੀ ਨੂੰ ਪ੍ਰੈਕਟਿਸ 'ਚ ਨਹੀਂ ਲੈ ਕੇ ਆ ਰਹੇ। ਮੇਰੀ ਭਾਵਨਾ ਨੂੰ, ਲਫ਼ਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰਬਾਣੀ ਪੜ੍ਹੋ, ਗਾਓ ਜ਼ਰੂਰ, ਲੇਕਿਨ ਉਹ ਅੰਦਰ ਉਤਰਨੀ ਚਾਹੀਦੀ ਹੈ, ਅਮਲ ਦੇ ਵਿੱਚ ਆਉਣੀ ਚਾਹੀਦੀ ਹੈ। ਹੁਣ ਇੱਕ ਡਾਕਟਰ MBBS ਕਰਕੇ MD ਬਣ ਜਾਵੇ, 8-10 ਸਾਲ ਆਪਣੇ ਪੜ੍ਹਾਈ ਤੇ ਲਾਵੇ, ਤੇ ਉਹ ਡਿਗਰੀ ਲੈ ਕੇ ਆਪਣੇ ਅੰਦਰ ਸੰਦੂਕ 'ਚ ਰੱਖ ਲਏ ਕਿਤੇ, ਉਹਨੂੰ ਅਮਲ 'ਚ ਨਾ ਲੈ ਕੇ ਆਵੇ ਉਸ ਅਭਿਆਸ ਨੂੰ, ਉਸ ਪ੍ਰੈਕਟਿਸ ਨੂੰ, ਤੇ ਉਹਦਾ ਕੀ ਫਾਇਦਾ? ਉਹ ਕਿਸੇ ਕੰਮ ਦੀ ਨਹੀਂ ਹੈ। ਉਹ ਥਿਊਰੀ ਜਿਹੜੀ ਸਿੱਖੀ ਉਹਨੇ 8-10 ਸਾਲ ਲਾ ਕੇ ਇੰਨੀ ਆਲਾ ਪੜ੍ਹਾਈ ਕੀਤੀ ਹੈ, ਕਿਸੇ ਕੰਮ ਦੀ ਨਹੀਂ।
ਸਮਾਜ ਵਿੱਚ ਉਸ ਗਿਆਨ ਦੀ ਸਾਂਝ ਪਾਉਣੀ ਹੈ। ਜਿੰਨੀ ਹੁਣ ਅੰਬ ਦੀ ਛਾਂ ਦੀ ਗੱਲ ਇੱਥੇ ਆਈ ਹੈ, ਇਹਦੇ ਠੀਕ ਹੈ, ਗਰਮੀ ਦੇ ਵਿੱਚ ਜੇ ਕਿਸੇ ਨੂੰ ਅੰਬ ਦੇ ਦਰਖਤ ਦੀ ਛਾਂ ਮਿਲ ਜੇ ਬੜਾ ਆਨੰਦ ਆਉਂਦਾ, ਉੱਥੇ ਛਾਂ 'ਚ ਖਲੋ ਕੇ ਬੰਦਾ ਫਰੈਸ਼ ਹੋ ਜਾਂਦਾ, ਤਰ ਹੋ ਜਾਂਦਾ। ਲੇਕਿਨ ਇੱਥੇ ਭਾਵਾਂ ਨੂੰ ਸਮਝਣਾ ਅਸੀਂ, ਉਹ ਗੁਰੂ ਦੀ ਸ਼ਰਨ 'ਚ ਆ ਜਾਈਏ ਜੇ, ਤਾਂ ਉਸ ਛਾਂ ਦਾ ਸਾਨੂੰ ਫਾਇਦਾ ਹੋਏਗਾ। ਸੇ ਗੁਣ ਮੰਝ ਨ ਆਵਨੀ, ਹਉ ਕਹਿ ਜੀ ਦੋਸ਼ ਧਰੇ ਜੀਓ। ਉਹ ਤੇ ਗੁਣ ਹੀ ਮੇਰੇ 'ਚ ਹੈ ਨਹੀਂ, ਨਾਮ ਦਾ ਤੇ ਮੈਨੂੰ ਪਤਾ ਹੀ ਨਹੀਂ ਵੀ ਨਾਮ ਵੀ ਜਪਣਾ ਇੰਨਾ ਜ਼ਰੂਰੀ ਹੈ। ਜਿਹਨੂੰ ਕਿਹਾ ਕਿ ਜਪ ਹੋ ਤਾਂ ਏਕੋ ਨਾਮਾ, ਆਵਰੇ ਨਿਰਾ ਫਲ ਕਾਮਾ। ਹੋਰ ਕਿਸੇ ਕੰਮ ਨੂੰ ਕੋਈ ਫਲ ਨਹੀਂ ਲੱਗੇਗਾ। ਤੇ ਜੇ ਮੈਂ ਇਹ ਗੱਲ ਆਪ ਹੀ ਨਹੀਂ ਸਮਝੀ ਤੇ ਮੈਂ ਕਿਹਨੂੰ ਦੋਸ਼ ਦੇਵਾਂ? ਕਿਆ ਗੁਣ ਤੇਰੇ ਵਿਥਰਾ, ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀ। ਇਹ ਅਕਾਲ ਪੁਰਖ, ਕਿਹੜੇ ਕਿਹੜੇ ਗੁਣ ਦੀ ਮੈਂ ਗੱਲ ਕਰਾਂ? ਕਿਆ ਗੁਣ ਤੇਰੇ ਵਿਥਰਾ, ਇਹਨਾਂ ਨੇ ਜਿਹੜੇ ਅਰਥ ਕੀਤੇ ਮੈਂ ਉਹ ਪੜ੍ਹ ਰਿਹਾ। ਹੇ ਪ੍ਰਭੂ ਪਤੀ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਵਿਸਥਾਰ ਨਾਲ ਦੱਸਾਂ। ਹੁਣ ਆਪਾਂ ਇੱਥੇ ਥੋੜਾ ਜਿਹਾ ਡੂੰਘਾਈ 'ਚ ਜਾਣਾ। ਜਿੰਨੀ ਸਖੀ ਸ਼ੋਹਰਾਵਿਆ ਸੇ ਅੰਬੀ ਛਾਵੜੀਏ ਜੀਓ। ਸ਼ੋਹਰਾਵਿਆ, ਹੁਣ ਇੱਥੇ ਹੈ ਕਿਆ ਗੁਣ ਤੇਰੇ ਵਿਥਰਾ। ਗੁਣ ਗੋਵਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਨ। ਇਹ ਨੇ ਗੁਣ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਮੇਰਾ ਤੇ ਜਨਮ ਹੀ ਸਾਰਾ ਵੇਸਟ ਚਲਾ ਗਿਆ। ਗੁਣ ਗਾਉਣਾ ਭਾਵ ਕੇਵਲ ਤੇ ਕੇਵਲ ਨਾਮ ਜਪਣਾ, ਉਹ ਚੀਜ਼ ਇੱਥੇ ਸਾਨੂੰ ਦੱਸੀ ਨਹੀਂ ਗਈ। ਮੈਂ ਕਿਹੜੇ ਕਿਹੜੇ ਗੁਣ ਤੇਰੇ ਵਿਸਥਾਰ ਨਾਲ ਦੱਸਾਂ? ਵਿਥਰਾ, ਵਿਥਰਾ ਤੋਂ ਵੀ ਭਾਵ ਜਿਹੜਾ ਕਿਆ ਗੁਣ ਤੇਰੇ ਵਿਥਰਾ, ਮੈਂ ਕਿੱਦਾਂ ਇੰਨਾ ਨਾਮ ਜਪਾਂ, ਕਿੱਦਾਂ ਇੰਨਾ ਨਾਮ ਜਪਾਂ? ਕਿਉਂਕਿ ਮੈਂ ਤੇ ਇੱਕ ਚੱਜੀ, ਮੇਰੇ ਕੋਲ ਤੇ ਚੱਜ ਅਚਾਰ ਹੀ ਕੋਈ ਹੈ ਨਹੀਂ। ਹੋ ਕਿਆ ਕਿਆ ਕਿੰਨਾ ਤੇਰਾ ਨਾਮ ਜੀ। ਕਿੱਦਾਂ ਲਵਾਂ ਤੇਰਾ ਨਾਮ? ਮੈਂ ਤੇ ਇਹ ਸਿੱਖਿਆ ਹੀ ਨਹੀਂ, ਮੈਂ ਤੇ ਇਸ ਪਾਸੇ ਵੱਲ ਨੂੰ ਹੋਈ ਨਾ ਕਦੇ। ਇਹ ਉਹੀ ਇਸਤਰੀ ਦੀ ਗੱਲ, ਉਹੀ ਕੁੜੀ ਦੀ ਗੱਲ ਕਰੀਏ, ਬੱਚੀ ਦੀ ਗੱਲ ਕਰੀਏ, ਜਿਹਨੇ ਆਪਣੇ ਪੇਕੇ ਘਰ ਦੇ ਵਿੱਚ ਕੋਈ ਕੰਮ ਨਹੀਂ ਸਿੱਖਿਆ, ਕਿਉਂਕਿ ਉਹਨੇ ਗਾਂ ਆਪਣੇ ਸਹੁਰੇ ਘਰ ਜਾਣਾ ਤੇ ਉਹਨੂੰ ਜੇਕਰ ਕੋਈ ਘਰ ਦਾ ਕੰਮ, ਘਰ ਦੇ ਨਾਰਮਲ ਕੰਮ ਜਿਹੜੇ ਆ, ਕਿਉਂਕਿ ਇਸਤਰੀ ਜਿਹੜੀ ਆ ਉਹ ਥੰਬ ਹੁੰਦੀ ਆ ਘਰ ਦਾ। ਘਰ ਜਿਹੜਾ ਹੈ ਉਹ ਅਸਲ 'ਚ ਬਣਦਾ ਹੀ ਇਸਤਰੀ ਦੇ ਨਾਲ ਹੈ। ਇਸ ਕਰਕੇ ਇੰਨੀ ਇੰਪੋਰਟੈਂਸ ਹੈ। ਆਪਾਂ ਅੱਗੇ ਅੱਗੇ ਸ਼ਬਦਾਂ 'ਚ ਵਿਚਾਰਾਂਗੇ ਇਹਨਾਂ ਗੱਲਾਂ ਨੂੰ। ਹਾਂ ਕਿਆ ਕਿਆ ਕਿੰਨਾ ਤੇਰਾ ਨਾਮ ਜੀਓ। ਕਿੱਦਾਂ ਜਪਾਂ ਤੇਰਾ ਨਾਮ? ਇੰਨੇ ਦੋਸ਼ ਨੇ ਮੇਰੇ ਵਿੱਚ, ਤੇ ਮੈਂ ਆਪ ਵੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਉਦਮ ਤੇ ਆਪ ਹੀ ਕਰਨਾ ਸੀ ਨਾ। ਸੇ ਗੁਣ ਮੰਝ ਨਾ ਆਵਨੀ,
ਹੋਂ ਕਹਿ ਜੀ ਦੋਸ਼ ਧਰੇ ਜਿਉ, ਜੇ ਮੈਂ ਉਹ ਚੀਜ਼ਾਂ ਨਹੀਂ ਸਿੱਖੀਆਂ, ਉਹ ਗੁਣ ਨਹੀਂ ਸਿੱਖੇ, ਤੇ ਮੈਂ ਕਿਹਨੂੰ ਦੋਸ਼ ਦੇਵਾਂ? ਸਿੱਖਣੇ ਤੇ ਮੈਂ ਆਪ ਹੀ ਸੀ, ਕਿਉਂਕਿ ਮੈਨੂੰ ਪਤਾ ਮੈਂ ਗਾਂ ਆਪਣੇ ਸਹੁਰੇ ਘਰ ਵੀ ਜਾਣਾ। ਕੀ ਕਹਿਣਗੇ ਲੋਕ ਮੈਨੂੰ ਉੱਥੇ, ਮੇਰੇ ਰਿਸ਼ਤੇਦਾਰ, ਸਾਕ ਸੰਬੰਧੀ ਕੀ ਕਹਿਣਗੇ? ਵੀ ਇਹਨੂੰ ਘਰ ਦਾ ਕੰਮ ਹੀ ਨਹੀਂ ਕਰਨਾ ਆਉਂਦਾ, ਇਹ ਆਪਣੇ ਪੇਕੇ ਘਰ ਚੋਂ ਕੱਖ ਵੀ ਨਹੀਂ ਸਿੱਖ ਕੇ ਆਈ। ਇੱਕ ਟਟੋਲ ਨਾ ਅੰਬੜਾ, ਹੋਂ ਸਦ ਕੁਰਬਾਨ ਹੈ ਤੇਰੇ ਜਾਉਂ ਜੀਓ। ਤੇਰੇ ਬਖਸ਼ੇ ਹੋਏ ਕਿਸੇ ਇੱਕ ਪਦਾਰਥ ਤੱਕ ਵੀ ਮੈਂ ਨਹੀਂ ਪਹੁੰਚ ਸਕੀ। ਅੰਦਰਲੀ ਗੱਲ ਹੈ, ਬਾਹਰ ਨਾ ਲੈ ਲਓ। ਇਹ ਅੰਦਰਲੀ ਚੱਜ ਅਚਾਰ ਦੀ ਗੱਲ ਹੈ। ਇੱਕ ਵਿੱਚ, ਇੱਕ ਦੀ ਰਾਹੀਂ, ਇੱਕ ਟਟੋਲ, ਇੱਕ ਸੁੰਦਰ ਪਦਾਰਥ ਦੀ ਰਾਹੀਂ ਅੰਬੜਾ ਮੈਂ ਪਹੁੰਚ ਸਕਦੀ। ਇੱਕ ਟਟੋਲ ਅੰਬੜਾ, ਇੱਕ ਟਟੋਲ ਅੰਬੜਾ, ਹੋਂ ਸਦ ਕੁਰਬਾਨੈ ਤੇਰਾ ਜਾਉਂ ਜੀਓ। ਅੰਦਰਲੀ ਗੱਲ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ। ਸੋਨਾ, ਚਾਂਦੀ, ਰੰਗੁਲਾ, ਮੋਤੀ, ਹੀਰਾ ਆਦਿ ਸੋਹਣੇ ਕੀਮਤੀ ਪਦਾਰਥ, ਪਰ ਤੇਰੇ ਬਖਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚ ਸਕਦੀ। ਮੈਂ ਤੇਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ। ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਦੁਨੀਆ ਚ ਆਏ ਸੀ, ਇਹ ਰਾਹ ਦੇ ਵਿੱਚ ਉਦਮ ਦੇ ਨਾਲ ਇਹ ਜਿਹੜੇ ਸੋਹਣੇ ਕੀਮਤੀ ਪਦਾਰਥ ਮਿਲਦੇ ਗਏ, ਤੇ ਮੈਂ ਇਹਨਾਂ ਵਿੱਚ ਹੀ ਚਿੱਤ ਲਾ ਕੇ ਬੈਠ ਗਈ। ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਇਹ ਸਭ ਟੈਂਪਰੇਰੀ ਕੰਮ ਹੈ। ਇਹ ਛੱਡ ਕੇ ਮੈਂ ਇੱਕ ਦਿਨ ਗਾਂਹ ਜਾਣਾ, ਪਰ ਮੈਂ ਤੇ ਉਹਨਾਂ ਦੇ ਵਿੱਚ ਹੀ ਉਲਝ ਗਈ। ਸੋਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੇਰਾ ਚਿੱਤ ਤੇ ਇਹਨਾਂ 'ਚ ਹੀ ਖੁੱਭਿਆ ਰਿਹਾ। ਹੋਰ ਸੁਣੋ, ਕਹਿੰਦੇ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ। ਘਰ ਬਣਾ ਲਏ, ਸੋਹਣੇ ਵੱਡੇ ਵੱਡੇ ਘਰ ਮਹਿਲ ਖੜੇ ਕਰ ਲਏ, ਤੇ ਉਹਨਾਂ ਨੂੰ ਹੀ ਮੈਂ ਸਮਝ ਲਿਆ ਕਿ ਇਹੀ ਮੇਰੀ ਪ੍ਰਾਪਤੀ ਹੈ ਜੀਵਨ ਦੀ। ਕਿਸੇ ਨੇ ਆਪਣੇ ਆਪ ਨੂੰ ਅਨਮਿਊਟ ਕੀਤਾ, ਪਲੀਜ਼ ਮਿਊਟ ਕਰ ਲਓ, ਆਪਾਂ ਬਾਅਦ ਚ ਗੱਲ ਕਰਦੇ ਹਾਂ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਬਹੁਤ ਸੋਹਣੇ ਸੋਹਣੇ ਘਰ ਬਣਾ ਲਏ, ਤੇ ਉਹਨਾਂ ਨੂੰ ਮੈਂ ਸਮਝ ਲਿਆ ਕਿ ਬਸ ਆਹੀ ਸਾਰਾ ਕੁਛ ਹੈ, ਵੀ ਅਕਾਲ ਪੁਰਖ ਨੇ ਬੜੀ ਕਿਰਪਾ ਕਰਤੀ ਜੀ, ਬੜੀ ਰਹਿਮਤ ਕਰਤੀ। ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨ ਬੈਠੀ ਪਾਸ ਜੀਓ।
ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀ। ਉਹਦੇ ਕੋਲ ਬਹਿਣ ਦਾ ਮੌਕਾ ਤੇ ਮੈਂ ਕਦੇ ਬਣਾਇਆ ਹੀ ਨਾ, ਬਸ ਇਹਨਾਂ ਵਸਤਾਂ ਦੇ ਵਿੱਚ ਮੈਂ ਖੁੱਭੀ ਰਹੀ ਕਿ ਖਰੇ ਆਹੀ ਸਾਰਾ ਕੁਛ ਹੈ। ਪਰ ਜਿਹਨੇ ਇਹ ਦਾਤਾਂ ਮੈਨੂੰ ਦਿੱਤੀਆਂ, ਉਸ ਦਤਾਰ ਦੇ ਕੋਲ ਤੇ ਮੈਂ ਬੈਠਣ ਦਾ ਯਤਨ ਹੀ ਨਹੀਂ ਕੀਤਾ। ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਮੈਂ ਇੱਕ ਬਗਲੇ ਦੀ ਨਿਆਈ ਬਣ ਗਿਆ। ਮਾਇਆ ਦੇ ਮੋਹ ਵਿੱਚ ਫਸ ਕੇ। ਬਾਣੀ ਚ ਲਈਆਂ ਗਈਆਂ। ਅਸੀਂ ਸੋਹਣੇ ਵੇਸ ਪਾ ਲਏ ਤੇ ਆਪਣੇ ਆਪ ਨੂੰ ਸਮਝ ਲਿਆ ਕਿ ਬੜੇ ਵਧੀਆ ਚੜ੍ਹਦੀ ਕਲਾ ਵਾਲੇ ਸਿੱਖ। ਮਨ ਜਿਹੜਾ ਸੀ ਅਸੀਂ ਉਹ ਸਾਧਿਆ ਹੀ ਨਾ। ਮਨ ਦੇ ਅੰਦਰ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਉਦਾਂ ਹੀ ਉਬਾਲੇ ਮਾਰ ਰਿਹਾ ਜਿੱਦਾਂ ਪਹਿਲਾਂ ਸੀ। ਸਾਹ ਧਨ ਚੱਲੀ ਸਾਹਰ ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਤੇ ਜਦੋਂ ਇਸ ਹਾਲ ਦੇ ਵਿੱਚ ਮੈਂ ਜੀਵ ਇਸਤਰੀ ਆਪਣੇ ਸਹੁਰੇ ਜਾਊਂਗੀ ਤੇ ਕਿਉਂ ਨਾ ਫਿਰ ਮੈਨੂੰ ਤਾਨੇ ਮਿਲਣਗੇ ਉੱਥੇ ਵੀ ਇੱਕ ਚੱਜੀ ਹੈ, ਇਹਨੂੰ ਕੋਈ ਕੰਮ ਕਾਰ ਨਹੀਂ ਆਉਂਦਾ। ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਸੀ ਵੀ ਅਸੀਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗ ਤੇ ਭਜ ਕੇਵਲ ਨਾਮ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਮੌਕਾ ਸਾਨੂੰ ਦਿੱਤਾ ਪਰ ਅਸੀਂ ਧਿਆਨ ਹੀ ਨਹੀਂ ਦਿੱਤਾ ਉੱਧਰ। ਇੱਕ ਕੰਤ ਨਾ ਬੈਠੀ ਪਾਸ ਜੀਓ। ਹੁਣ ਜਦੋਂ ਸਾਹ ਧਨ ਇਸਤਰੀ, ਧਨ ਕਹਿੰਦੇ ਇਸਤਰੀ ਨੂੰ, ਸਾਹ ਧਨ ਚੱਲੀ ਸਾਹ ਰਹਿ ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਕਿਹੜਾ ਮੂੰਹ ਲੈ ਕੇ ਅੱਗੇ ਜਾਣਾ। ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ। ਮਨ ਨੂੰ ਜਗਾਇਆ ਹੀ ਨਹੀਂ। ਪੰਜਾਂ ਦੀ ਨੀਂਦ ਵਿੱਚ, ਮਾਇਆ ਦੀ ਨੀਂਦ ਵਿੱਚ ਐਸੇ ਸੁੱਤੇ ਰਹੇ, ਬੁੱਢੇ ਹੋ ਗਏ। ਜੀਵਨ ਸਾਰਾ ਲੰਘ ਗਿਆ, ਸਾਰਾ ਜੀਵਨ ਏਦਾਂ ਹੀ ਲੰਘ ਗਿਆ। ਤੈ ਸਹਿ ਨਾਲੋਂ ਮੁੱਤੀਅਸ ਦੁੱਖਾਂ ਕੋ ਤਰਿਆਸ ਜੀਓ। ਅਕਾਲ ਪੁਰਖ ਨਾਲੋਂ ਵਿਛੜੇ ਰਹੇ ਤੇ ਉਸ ਅਕਾਲ ਪੁਰਖ ਦੇ ਨਾਲੋਂ ਵਿਛੜਨ ਦਾ ਮਤਲਬ ਦੁੱਖ ਹੀ ਦੁੱਖ। ਇਹ ਦੇਖੋ, ਇਹ ਦੁਨਿਆਵੀ ਦੁੱਖਾਂ ਦੀ ਗੱਲ ਨਹੀਂ ਹੈ। ਇਹ ਸ਼ਬਦ ਆਉਣਗੇ ਅੱਗੇ, ਆਪਾਂ ਇਹਨਾਂ ਨੂੰ ਐਕਸਪਲੇਨ ਕਰਦੇ ਜਾਵਾਂਗੇ। ਸਭ ਤੋਂ ਵੱਡਾ ਸੁੱਖ ਜਿਹੜਾ ਬਾਣੀ ਦਾ ਹੈ, ਸੱਸੇ ਨੂੰ ਔਂਕੜ, ਖੱਖਾ ਖੱਖੇ ਨੂੰ ਔਂਕੜ, ਇਹ ਅਕਾਲ ਪੁਰਖ ਦੀ ਮਿਲਾਪਤਾ ਹੈ। ਤੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ, ਦੱਦੇ ਨੂੰ ਔਂਕੜ ਤੇ ਖੱਖਾ ਖੱਖੇ ਨੂੰ ਔਂਕੜ,
ਇਹ ਅਕਾਲ ਪੁਰਖ ਤੋਂ ਵਿਛੜਨ ਦਾ ਹੈ। ਅੱਗੇ ਅੱਗੇ ਸ਼ਬਦਾਂ ਚ ਆਏਗਾ, ਆਪਾਂ ਇਹ ਚੀਜ਼ ਨੂੰ ਖੋਲਾਂਗੇ। ਤੈ, ਇੱਥੇ ਤੈ ਨਾ ਕਿਤੇ ਪੜ੍ਹਦੇ ਹੋ, ਤੈ ਨਹੀਂ ਪੜ੍ਹਨਾ, ਇੱਥੇ ਤੈ ਪੜ੍ਹਨਾ। ਉਸ ਪਤੀ ਪਰਮੇਸ਼ਰ ਨਾਲੋਂ ਮੁੱਤੀਅਸ ਵਿਛੜੀ ਹੋਈ ਹੈ। ਦੁੱਖਾਂ ਕੋ ਤਰਿਆਸ ਜੀਓ। ਤੇ ਸਭ ਤੋਂ ਵੱਡਾ ਉਹ ਦੁੱਖ ਜਿਹੜਾ ਮੈਂ ਧਾਰਨ ਕਰ ਲਿਆ, ਉਹ ਹੈ ਵਿਛੋੜੇ ਦਾ। ਤਰਿਆਸ ਧਾਰਨ ਕਰ ਲਿਆ। ਤੁਧ ਗੁਣ ਮੈਂ ਸਭ ਅਵਗੁਣਾ, ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਅਕਾਲ ਪੁਰਖ ਤੂੰ ਬੇਅੰਤ ਗੁਣਾ ਵਾਲਾ, ਪਰ ਮੇਰੇ ਅੰਦਰ ਤੇ ਔਗਣ ਹੀ ਔਗਣ ਨੇ, ਤੇ ਫੇਰ ਮੈਂ ਕੀ ਕਰਾਂ। ਅਰਦਾਸ, ਬੇਨਤੀ, ਬੇਨਤੀ ਕਰਾਂ ਮੈਂ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਭਾਗਾਂ ਵਾਲੀਆਂ ਜਿਹੜੀਆਂ ਜੇ ਇਸਤਰੀਆਂ ਨੇ, ਉਹ ਸਦਾ ਤੇਰੇ ਨਾਮ ਦੇ ਵਿੱਚ ਰੰਗੀਆਂ ਹੋਈਆਂ ਨੇ। ਮੈਂ ਦੁਹਾਗਣ, ਦੁਹਾਗਣ ਅਭਾਗਣ, ਮੈਂ ਦੁਹਾਗਣ ਅਭਾਗਣ ਨੂੰ ਵੀ ਇੱਕ ਆਨੰਦ ਦੀ ਰਾਤ ਬਖਸ਼, ਇੱਕ ਆਨੰਦ ਦੀ ਮਿਹਰ ਕਰ, ਤਰਸ ਕਰ। ਮੈਂ ਵੀ ਐਸ ਅਵਸਥਾ 'ਚ ਆ ਕੇ ਤੇਰੇ ਮਿਲਾਪ ਦਾ ਆਨੰਦ ਮਾਣ ਸਕਾਂ। ਸੋ ਨਾਮ ਜਪਣਾ, ਕਿਤੇ ਇਹ ਨਾ ਸੋਚ ਲਿਓ ਕਿ ਸਾਨੂੰ ਗੱਲ ਪਤਾ ਲੱਗ ਗਈ ਵੀ ਨਾਮ ਹੀ ਜਪਣਾ। ਨਾ, ਗਰੀਬੀ 'ਚ ਰਹਿ ਕੇ ਨਾਮ ਜਪਣਾ, ਗਰੀਬੀ 'ਚ ਰਹਿ ਕੇ ਬੇਨਤੀ ਰੂਪ ਹੋ ਕੇ ਨਾਮ ਜਪਣਾ। ਸਭ ਰਾਤੀ ਸੁਹਾਗਣੀ ਜਿਹੜੀਆਂ ਇੱਕ ਦੋ ਇੱਕ ਚੜ੍ਹੰਦੀਆਂ ਨੇ, ਉਹ ਸੁਹਾਗਣਾ ਬਣ ਗਈਆਂ ਨੇ, ਤੇਰੇ ਨਾਮ ਦੇ ਵਿੱਚ ਰੱਤੀਆਂ ਪਈਆਂ ਨੇ। ਦੇਖੋ, ਆ ਰਾਤੀ ਲਫ਼ਜ਼ ਹੈ, ਰਾਤੀ, ਇਹ ਪੁਰਾਣੇ ਵਰਡਸ ਨੇ। ਹੋ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਰੱਤੀ ਭਰ ਵੀ ਨਹੀਂ, ਰਾਤ ਨਹੀਂ ਹੈ ਇੱਥੇ, ਰੱਤੀ ਭਰ ਵੀ ਰਹਿ ਨਹੀਂ ਸਕਦਾ। ਇਹ ਰੰਗਣ ਦੀ ਅਵਸਥਾ ਤੋਂ ਉਚਲੀ ਅਵਸਥਾ ਹੈ। ਇੱਕ ਹੈ ਨਾਮ ਦੇ ਰੰਗ ਵਿੱਚ ਰੰਗ ਲੈਣਾ, ਇੱਕ ਹੈ ਫਿਰ ਰੱਤੇ ਜਾਣਾ। ਕਿਉਂਕਿ ਰੰਗ ਜਿਹੜਾ ਹੈ ਉਹ ਕੱਚਾ ਕੱਚਾ ਰੰਗ, ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ, ਉਹ ਰੰਗ ਕਦੇ ਵੀ ਉਤਰ ਸਕਦਾ ਹੈ। ਮਾਇਆ ਦਾ ਪ੍ਰਭਾਵ ਕਦੇ ਵੀ ਉਸ ਰੰਗ ਦੇ ਵਿੱਚੋਂ ਤੁਹਾਨੂੰ ਕੱਢ ਸਕਦਾ ਬਾਹਰ। ਲੇਕਿਨ ਅਸੀਂ ਉਸ ਰੰਗ ਤੋਂ ਅਗਲੀ ਜਿਹੜੀ ਅਵਸਥਾ ਹੈ, ਰੱਤੇ ਜਾਣਾ, ਉਸ ਦੇ ਵਿੱਚ ਉੱਥੇ ਪਹੁੰਚਣਾ ਹੈ। ਸਭ ਰਾਤੀ ਸੁਹਾਗਣੀ ਤਾਂ ਸੁਹਾਗਣਾ ਬਣਾਂਗੀਆਂ। ਕਹਿੰਦੇ ਇੰਨੀ ਬਖਸ਼ਿਸ਼ ਕਰ, ਇੰਨੀ ਕਿਰਪਾ ਕਰ, ਇਹ ਮੇਰੀ ਅਰਦਾਸ ਹੈ। ਮੈਂ ਦੁਹਾਗਣ ਨੂੰ ਵੀ ਇੱਕ ਮਿਲਾਪ, ਸੰਗ, ਮਿਹਰ ਦੀ ਨਿਗਾਹ ਬਖਸ਼ਿਸ਼ ਕਰ। ਪਤਾ ਲੱਗ ਗਿਆ ਵੀ ਕਚੱਜੀ ਆ, ਪਤਾ ਲੱਗ ਗਿਆ ਡੁੱਲੇ ਬੇਰਾਂ ਦਾ ਅਜੇ ਵੀ ਕੱਖ ਨਹੀਂ ਵਿਗੜਿਆ। ਇਸ ਤਰ੍ਹਾਂ ਗੁਰਬਾਣੀ ਨੂੰ ਆਪ ਖੋਜੋ, ਪੜ੍ਹੋ, ਪੜ੍ਹ ਕੇ ਉਹਨੂੰ ਅਮਲ 'ਚ ਲੈ ਕੇ ਆਓ। ਕੁਚੱਜੀ ਦੀ ਗੱਲ ਦੇਖੋ, ਹੋਰ ਕਈ ਸ਼ਬਦ ਸਾਨੂੰ ਮਿਲਨੇ ਨੇ। ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਹਰ ਗੁਣ ਕਹਿ ਨਾ ਸਕੋ ਬਨਵਾਰੀ, ਹਮ ਪਾਪੀ ਪਾਥਰ ਨੀਰੇ ਡੁੱਬਤ ਕਰ ਕਿਰਪਾ
पाखण अवतारी कुचजी, जो हर सेव है संत भगत, तिनके सब पाप निवारी। सुहागना, हम ऊपर कृपा कर स्वामी, रख संगते तुम जो प्यारी। हर नाम हमारी संगत अत प्यारी। कहंदे मैनू भी उस नाम की संगत दे विच रख। मानस जन्म हर पाईए, हर रावण वेरा राम। प्रभु ਨੂੰ ਸਿਮਰਨ ਕਰਨ ਦਾ ਸਮਾਂ ਤੁਹਾਨੂੰ ਮਿਲਿਆ ਹੈ। ਮਾਨਸ ਜਨਮ ਰਾਵਣ ਵੇਰਾ, ਨਾਮ ਜਪਣ ਦਾ ਵੇਲਾ ਤੁਹਾਨੂੰ ਮਿਲਿਆ। चल सखिए प्रभ रावण जाहा, साध जना की चरनी पाहा। बहुत तुकां ने, बहुत एग्जाम्पल्स ने। जे गुणवंती थी रहे तां भी शौह रावण जाए, गुणवंती शौह रावया निर्गुण कुकै काए। सो ये जेडे कुचज ने पहलों नाम जप जप के ये अंदरों दूर करने हैं। सतगुरु पातशाह मेहर करन, तरस करन साडे ते। इसे तरह सानू बाणी पढ़न सुनन दी जाच बख्शिश करन, और असीं बाणी दे भावां दे देश च खेलीए ते सानू पता लगे भी नाम जपना बड़ा जरूरी है।